सत श्री अकाल जी सारिਆਂ ਨੂੰ। ਬਾਈ ਜੀ ਇਹ ਇੱਕ ਮਨ ਕੀਤਾ ਕਿ ਇਹ ਸਾਰਿਆਂ ਨਾਲ ਸ਼ੇਅਰ ਕੀਤਾ ਜਾਵੇ ਕਿ ਜੋ 26 ਜਨਵਰੀ ਦੇ ਜਿਹੜੇ ਇਨਸੀਡੈਂਟ ਹੋਏ ਆ ਉਹਨਾਂ ਦਾ ਲੌਂਗ ਟਰਮ ਤੇ ਸ਼ਾਰਟ ਟਰਮ ਇਫੈਕਟ ਉਹਦਾ ਕੀ ਹੋਇਆ। ਕਾਫੀ ਮਹਿਸੂਸ ਹੋਇਆ। ਅੱਜ ਮੈਂ ਇੱਕ ਨਾ ਕੁਦਰਤੀ ਕਿਸੇ ਦੀ ਪੋਸਟ ਆ ਗਈ ਅੱਗੇ, ਉਹਦੇ 'ਚ ਉਹਨਾਂ ਨੇ ਉਹ ਟਰਾਲੀਆਂ ਦੀਆਂ ਫੋਟੋਆਂ ਪਾਈਆਂ ਸੀ ਜਿੱਥੇ ਬਹੁਤ ਵਧੀਆ ਲੋਕਾਂ ਨੇ ਆਪਣੇ ਜ਼ਿਮੀਂਦਾਰਾਂ ਨੇ ਕਿਸਾਨਾਂ ਨੇ ਜਿਹਦੇ 'ਤੇ ਇੰਡੀਆ ਦਾ ਨਕਸ਼ਾ ਬਣਾ ਕੇ ਝੰਡੇ ਲਾ ਕੇ ਅਤੇ ਆਪਦੇ ਬੁੱਤ ਸੀਗੇ ਆਪਣੇ ਬਲਦਾਂ ਦੇ ਸੀਗੇ ਅਤੇ ਹਲਾਂ ਦੇ ਸੀ ਅਤੇ ਇਸ ਟਾਈਪ ਦਾ ਜਿਵੇਂ ਆਪਣੀ ਪਰੇਡ ਪ੍ਰੋਪਰ ਜਿਹੜੀ ਆਪਣੀ ਦਿੱਲੀ 'ਚ ਜਿਹੜੀ ਆਰਮੀ ਪਰੇਡ ਕਰਦੀ ਹੈ ਜਾਂ ਜਿਹੜੇ ਮਹਿਕਮੇ ਪਰੇਡ ਕਰਦੇ ਆ ਉਸ ਟਾਈਪ ਦੀ ਹੀ ਇੱਕ ਗਰੀਬ ਜਿਹੜੇ ਆਪਾਂ ਮਤਲਬ ਗਰੀਬ ਕਹਿਣ ਦਾ ਮਤਲਬ ਵੀ ਜਿਹਦੇ 'ਚ ਸਾਰੇ ਤਰ੍ਹਾਂ ਦੇ ਆਪਾਂ ਜ਼ਿਮੀਂਦਾਰ ਹੈ ਪਰ ਪਹਿਲਾਂ ਸਟਰਗਲਿੰਗ ਬਹੁਤ ਜ਼ਿਆਦਾ ਫਾਰਮਰਸ ਇੰਡੀਆ 'ਚ ਬਹੁਤ ਜ਼ਿਆਦਾ ਸਟਰਗਲਿੰਗ ਪਹਿਲਾਂ ਹੀ ਜਿਹੜੇ ਸੀਗੇ ਅਤੇ ਜਿਹੜੇ ਹੁਣ ਇਸ ਕਗਾਰ 'ਤੇ ਪਹਿਲਾਂ ਹੀ ਬੈਠੇ ਸੀ ਕਿ ਜਿਹੜੇ ਆਪਦਾ ਕੰਟਰੀ ਛੱਡ ਕੇ ਬਾਹਰਲੇ ਮੁਲਕਾਂ 'ਚ ਆਈ ਜਾਂਦੇ। ਅਸੀਂ ਵੀ ਉਹਨਾਂ 'ਚੋਂ ਆਈ ਵਨ ਆਫ ਦੋਸ। ਅਤੇ ਕਿਉਂਕਿ ਫਿਊਚਰ ਨਹੀਂ ਸੀ ਦਿਖਦਾ। ਹੁਣ ਉਹ ਉਦੋਂ ਵੀ ਮਾੜੀ ਸਟੇਜ ਆ ਗਈ ਕਿ ਉਸ ਤੋਂ ਵੀ ਅੱਗੇ ਮਾੜੀ ਫਿਊਚਰ ਵਾਲੇ ਪਾਸੇ ਨੂੰ ਉਹਨੂੰ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ। ਉਹਨਾਂ ਦਾ ਜਿਹੜਾ ਐਫਰਟ ਸੀਗਾ ਉਹਨੂੰ ਦੇਖ ਕੇ ਇੰਨਾ ਤਰਸ ਆਇਆ ਵੀ ਯਾਰ ਇੰਨਾ ਮਿਹਨਤ ਕੀਤੀ ਬੱਚਿਆਂ ਨੇ, ਬਜ਼ੁਰਗਾਂ ਨੇ, ਭੈਣਾਂ ਨੇ, ਮਾਤਾਵਾਂ ਨੇ ਵੀ ਉਹਨਾਂ ਨੇ ਉਹ ਕਿਵੇਂ ਚੀਜ਼ਾਂ ਸਜਾਈਆਂ 26 ਜਨਵਰੀ ਦੀ ਪਰੇਡ ਕਰਕੇ। ਉਹਨਾਂ ਨੂੰ ਬੜਾ ਚਾਅ ਸੀ, ਪਰਮਿਸ਼ਨ ਮਿਲ ਗਈ, ਲੀਡਰਾਂ ਨੇ ਪਰਮਿਸ਼ਨ ਲੈ ਲਈ, ਆਹ ਹੋ ਗਿਆ ਉਹ ਹੋ ਗਿਆ, ਰੂਟ ਤੈਅ ਹੋ ਗਿਆ। ਉਹਨਾਂ ਨੇ ਸੋਚਿਆ ਯਾਰ ਅਸੀਂ ਆਪਦਾ ਪੱਖ ਰੱਖਾਂਗੇ ਲੋਕਾਂ ਦੇ ਸਾਹਮਣੇ ਅਤੇ ਅਸੀਂ ਆਪਦਾ ਜਨ ਜੀਵਨ ਬਾਰੇ ਆਪਦੇ ਲੋਕਾਂ ਨੂੰ ਦਿਖਾਵਾਂਗੇ ਦਿੱਲੀ ਦਿਆਂ ਨੂੰ। ਫਿਰ ਦੂਜੇ ਪਾਸੇ ਉਹ ਜਿਹੜਾ ਭਾਈਚਾਰਾ ਦਿੱਲੀ 'ਚ ਜਿਹੜਾ ਬੈਠਾ ਹੈ ਉਹਨਾਂ ਨੇ ਐਡੀ ਚੰਗੀ ਵਿੱਚ ਇੰਨੇ ਪਿਆਰ ਵਾਲੇ ਲੋਕ ਬੈਠੇ ਜਿਨ੍ਹਾਂ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਵੀ ਅੱਜ ਸਾਡਾ ਜ਼ਿਮੀਂਦਾਰ ਭਾਈਚਾਰਾ ਜਿਹੜਾ ਸਾਨੂੰ ਫੀਡ ਕਰਦਾ ਵੀ ਅੱਜ ਅਸੀਂ ਉਹਨਾਂ ਨੂੰ ਰੂਬਰੂ ਹੋਵਾਂਗੇ ਸਿੱਧੇ ਮੱਥੇ ਅਤੇ ਉਹਨਾਂ ਨੂੰ ਖਾਣ ਪੀਣ ਦੀ ਉਹਨਾਂ ਦੀ ਸੇਵਾ ਕਰਾਂਗੇ, ਇੱਕ ਤਰ੍ਹਾਂ ਦਾ ਲੰਗਰ ਜਿਹਨੂੰ ਆਪਾਂ ਕਹਿੰਦੇ। ਅਤੇ ਉਸ ਚੀਜ਼ ਦਾ ਉਹਨਾਂ ਨੇ ਪ੍ਰਬੰਧ ਕੀਤਾ। ਪਰ ਗਵਰਨਮੈਂਟ ਨੇ ਦੇਖੋ ਤੁਸੀਂ ਕਿੱਡਾ ਕੁ ਤਰਸਯੋਗ ਅਤੇ ਬਹੁਤ ਸੈਡ ਮਹਿਸੂਸ ਹੁੰਦਾ ਬਈ ਉਹਨਾਂ ਨੂੰ ਇੱਕ ਰੂਟ ਤੈਅ ਕਰਕੇ ਸਰਕਾਰਾਂ ਨਹੀਂ ਯਾਰ ਐਂ ਕਰਦੀਆਂ ਹੁੰਦੀਆਂ। ਸਰਕਾਰ ਇਹ ਚੀਜ਼ ਨਹੀਂ ਕਰਦੀ ਹੁੰਦੀ ਵੀ ਤੁਸੀਂ ਆਪਦੇ ਕਹੇ ਵਾਅਦਿਆਂ ਤੋਂ ਉੱਥੇ ਜਾ ਕੇ ਰੋਕਿਆ। ਦੇਖੋ ਹੁਣ ਲੀਡਰਾਂ ਨੇ ਸਾਰਿਆਂ ਨੇ ਦੱਸਤਾ ਵੀ ਉੱਥੇ ਜਾ ਕੇ ਸਾਨੂੰ ਰੋਕਿਆ ਗਿਆ, ਅੱਗੇ ਸਾਨੂੰ ਵਧਣ ਨਹੀਂ ਦਿੱਤਾ ਗਿਆ। ਫਿਰ ਇੰਨੇ ਤਰ੍ਹਾਂ ਦੇ ਡਿਸਪਿਊਟ ਅਤੇ ਇੰਨੇ ਤਰ੍ਹਾਂ ਦੇ ਐਲੀਮੈਂਟਸ ਇਹੋ ਜਿਹੇ ਛੱਡ ਕੇ ਵੀ ਡਿਵਰਜਨ। ਹੁਣ ਡਿਵਰਜਨ ਵਾਲਾ ਜਿਹੜਾ ਐਂਗਲ ਆ ਗਿਆ, ਜਿਹੜਾ ਝੰਡੇ ਚੜਾਉਣ ਵਾਲੀ ਗੱਲ ਆ ਗਈ, ਝੰਡਾ ਚੜਾਉਣ ਵਾਲੀ ਗੱਲ ਆ ਗਈ। ਉਹਦੇ 'ਚ ਤੁਸੀਂ ਅੱਜ ਹੁਣ 2 ਗ੍ਰਿਫਤਾਰੀਆਂ ਹੋ ਗਈਆਂ 2 ਬੰਦਿਆਂ ਦੀਆਂ ਜਿਨ੍ਹਾਂ ਨੂੰ ਕਿ ਮੇਨ ਉਹਦੇ ਉਹ ਦੱਸਦੇ ਆ ਵੀ ਉਹਦੇ 'ਚ ਮੇਨ ਉਹ ਜ਼ਿੰਮੇਵਾਰ ਹੈ। ਚਲੋ ਉਹ ਤਾਂ ਲਾਅ ਹੈਗਾ, ਇਟ ਵਿਲ ਟੇਕ ਇਟਸ ਓਨ ਕੋਰਸ ਅਤੇ ਉਹ ਡਿਸਾਈਡ ਕਰੂਗਾ ਵੀ ਇਹਦੇ 'ਚ ਕੀ ਉਹਨਾਂ ਦਾ ਕਸੂਰ ਹੈ ਕੀ ਨਹੀਂ ਹੈ। ਪਰ ਉਹਦਾ ਜਿਹੜਾ ਅਸਰ ਪਿਆ ਬਾਹਰਲੇ ਮੁਲਕਾਂ 'ਚ ਪਿਆ ਉਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਜ਼ਰੂਰ ਦੱਸਣਾ ਚਾਹੁੰਦਾ। ਇੱਕ ਤਾਂ ਸਾਨੂੰ ਇਹ ਬਹੁਤ ਸਾਰਿਆਂ ਨੂੰ ਮਹਿਸੂਸ ਹੁੰਦਾ, ਉਹ ਤੁਹਾਨੂੰ ਵੀ ਹੋਇਆ, ਇੱਥੇ ਬਾਹਰ ਵੀ ਲੋਕਾਂ ਨੂੰ ਹੋਇਆ ਵੀ ਉਹ ਜਿਹੜੀ ਪਰੇਡ ਸੀ ਉਹਨੂੰ ਭੰਗ ਕੀਤਾ ਗਿਆ। ਐਡੀ ਦੂਰੋਂ ਆਏ, ਐਡੇ ਤਸ਼ੱਦਦ, ਉੱਥੇ ਇੰਨੀ ਠੰਡ ਦੇ ਵਿੱਚ ਲੋਕ ਬੈਠੇ ਆ, ਉਹਨਾਂ ਨੇ ਕਿੰਨਾ ਦੁੱਖ ਝੱਲ ਕੇ ਪਰ ਫਿਰ ਵੀ ਇਹ ਇੱਕ ਐਫਰਟ ਉਹਨਾਂ ਦਾ ਡਿਫਿਊਜ਼ ਕੀਤਾ ਗਿਆ ਇੱਕ ਗਲਤ ਤਰੀਕੇ ਨਾਲ, ਪ੍ਰੋਮਿਸ ਕਰਕੇ ਤੋੜਿਆ ਗਿਆ। ਸੈਕੰਡਲੀ ਉਹਨੂੰ ਜਿਹੜੀਆਂ ਹੁਣ ਬਾਹਰਲੇ ਮੀਡੀਆ 'ਚ ਤੁਸੀਂ ਕੋਈ ਵੀ ਗੂਗਲ ਕਰੋ, ਮੀਡੀਆ 'ਚ ਤੁਸੀਂ ਖਬਰਾਂ ਕੱਢੋ ਅਲੱਗ-ਅਲੱਗ ਮੁਲਕਾਂ 'ਚ ਕੀ ਲੱਗੀਆਂ, ਸਾਰੇ ਕਿਤੇ ਖਬਰ ਮੈਕਸੀਮਮ ਇਹੀ ਲੱਗੀ ਹੈ ਬਈ ਜਿਹੜਾ ਉਹ ਫਾਰਮਰਸ ਪ੍ਰੋਟੈਸਟ ਸੀਗਾ ਉਹਨੇ ਡਿਵਰਜਨ ਲੈ ਲਈ, ਡਿਵਰਜਨ ਲੈ ਕੇ ਉਹ ਗਲਤ ਰੂਟ 'ਤੇ ਚਲਾ ਗਿਆ ਅਤੇ ਉਹਨਾਂ ਨੇ ਵਾਇਲੈਂਸ ਵੀ ਕੀਤਾ, ਉਹਨਾਂ ਨੇ ਇਹ ਵੀ ਕੀਤਾ, ਉਹਨਾਂ ਨੇ ਉਹ ਵੀ ਕੀਤਾ। ਮਤਲਬ ਕਿ ਕੁੱਲ ਮਿਲਾ ਕੇ ਕਿ ਬਦਨਾਮੀ ਅਤੇ ਆਪਦਾ ਰਿਲੀਜੀਅਸ ਫਲੈਗ ਚੜ੍ਹਾਤਾ ਉੱਥੇ ਜਾ ਕੇ, ਧਾਰਮਿਕ ਫਲੈਗ ਚੜ੍ਹਾਤਾ। ਹੁਣ ਉਹੀ ਖਬਰਾਂ ਥਾਂ 'ਤੇ ਲਾਈਆਂ ਗਈਆਂ ਸਾਰੇ ਮੁਲਕਾਂ 'ਚ। ਅਤੇ ਇੱਕ ਹੋਰ ਯੂਨਾਈਟਿਡ ਨੇਸ਼ਨਸ ਨੇ ਵੀ ਦੇਖੋ ਕਿੱਥੇ ਤੱਕ ਕਹੀ ਜਾਂਦੇ ਸਾਰੇ ਸ਼ਾਂਤਮਈ ਧਰਨਾ ਹੈ, ਸ਼ਾਂਤਮਈ ਧਰਨਾ ਹੈ। ਯੂਨਾਈਟਿਡ ਨੇਸ਼ਨਸ ਨੇ ਜਿੱਥੇ ਗਵਰਨਮੈਂਟ ਨੂੰ ਕਿਹਾ ਹੈਗਾ ਵੀ ਤੁਸੀਂ ਰਿਸਟੇਨ ਕਰੋ ਫਰੋਮ ਐਨੀ ਵਾਇਲੈਂਸ ਅਤੇ ਲੋਕਾਂ ਦੇ ਹੱਕਾਂ ਨੂੰ ਉਹ ਨਾ ਕਰੋ, ਉੱਥੇ ਹੁਣ ਫਾਰਮਰਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਰਿਸਟ੍ਰੇਨ ਕਰੋ। ਰਿਸਟ੍ਰੇਨ ਕਰਨ ਦਾ ਮਤਲਬ ਵੀ ਤੁਸੀਂ ਰੁਕੋ, ਤੁਸੀਂ ਕੋਈ ਇਹੋ ਜਿਹੀਆਂ ਹਰਕਤਾਂ ਨਾ ਕਰੋ ਜਿਹੜੀਆਂ ਕਿ ਮੈਕਸੀਮਮ ਕਿਸੇ ਕਿਸਾਨ ਭਾਈਚਾਰੇ ਨੇ ਕਿਸੇ ਨੇ ਕੀਤੀਆਂ ਹੀ ਨਹੀਂ। ਉਹਨਾਂ ਨੂੰ ਕਿਸ ਤਰੀਕੇ ਨਾਲ ਹੋਈਆਂ, ਕਿਸ ਤਰੀਕੇ ਨਾਲ ਨਹੀਂ ਹੋਈਆਂ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਜਾਂ ਉਹ ਅੱਗੇ ਜਾ ਕੇ ਹੋਰ ਕਲੀਅਰ ਹੋ ਜਾਊਗਾ। ਪਰ ਉਹਦਾ ਇੰਨਾ ਸੈਡ ਆਪਾਂ ਨੂੰ ਵੀ ਆਪਣੇ 'ਤੇ ਇੱਕ ਐਲੀਗੇਸ਼ਨ, ਆਪਣੇ 'ਤੇ ਇੱਕ ਕਲੰਕ ਲਾਇਆ ਗਿਆ ਵੀ ਇਹਨਾਂ ਨੇ ਜਾ ਕੇ ਆਹ ਕੰਮ ਕਰਤਾ। ਸਾਰੀ ਦੁਨੀਆ 'ਚ ਵੱਖੋ ਵੱਖਰੇ ਮੁਲਕਾਂ ਦੇ ਮੀਡੀਆ 'ਚ ਇਹ ਖਬਰਾਂ ਲੱਗੀਆਂ ਗਈਆਂ। ਫਿਰ ਦੂਸਰੀ ਗੱਲ, ਇੱਕ ਉਸ ਤੋਂ ਬਾਅਦ
ਉਹਦਾ ਇੱਕ ਹੋਰ ਨਤੀਜਾ ਕੱਢਿਆ ਗਿਆ ਕਿ ਕਾਫੀ ਹੱਦ ਤੱਕ ਜਿਹੜਾ ਹਿੰਦੁਸਤਾਨ ਦਾ ਭਾਈਚਾਰਾ ਹੈ ਜਾਂ ਇੰਡੀਆ ਦਾ ਭਾਈਚਾਰਾ ਹੈ ਜਾਂ ਆਪਣਾ ਭਾਰਤੀ ਭਾਈਚਾਰਾ ਹੈ ਉਹਨੂੰ ਇੱਥੇ ਇੰਸਟੀਗੇਟ ਕਰਕੇ ਬਈ ਤੁਹਾਨੂੰ ਇਹ ਆਪਣੇ ਝੰਡੇ ਦਾ ਸਨਮਾਨ ਨਹੀਂ ਹੋਇਆ, ਝੰਡੇ ਦੀ ਬੇਅਦਬੀ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ, ਉਹ ਕਰਕੇ ਇੱਥੇ ਉਹਨਾਂ ਦੀਆਂ ਇੱਕ ਰੈਲੀਆਂ ਆਰਗੇਨਾਈਜ਼ ਕੀਤੀਆਂ ਜਾਂਦੀਆਂ ਜਾਂ ਉਹਨਾਂ ਦੇ ਪ੍ਰੋਟੈਸਟ ਆਰਗੇਨਾਈਜ਼ ਕਰਨੇ। ਕਹਿਣ ਦਾ ਮਤਲਬ ਵੀ ਬਾਹਰਲੇ ਮੁਲਕਾਂ ਜਿੱਥੇ ਕਿ ਇਕੱਲੇ ਕਿਸਾਨਾਂ ਦੇ ਹੱਕ 'ਚ ਪ੍ਰੋਟੈਸਟ ਹੋ ਰਹੇ ਸੀ, ਉਹਦੇ ਬਰਾਬਰ ਇੱਕ ਹੋਰ ਧਿਰ ਖੜੀ ਕਰਤੀ ਜਿਹੜੀ ਕਿ ਆਪਣਾ ਹੀ ਭਾਈਚਾਰਾ ਹੈ, ਆਪਣੇ ਹੀ ਲੋਕ ਹੈ। ਤੇ ਉਹ ਹੁਣ ਇੱਥੇ ਦੇਖ ਲਓ ਤੁਸੀਂ, ਉਹ ਹੁਣ ਝੰਡੇ ਦਾ ਇੱਕ ਮੁੱਦਾ ਉਹਨਾਂ ਨੂੰ ਦੇ ਕੇ ਝੰਡੇ ਦੇ ਮੁੱਦੇ ਦੇ ਉੱਤੇ ਉਹ ਪ੍ਰੋਟੈਸਟ ਕਰਨੇ ਸ਼ੁਰੂ ਕਰਤੇ ਉਹਨਾਂ ਨੇ। ਹੁਣ ਉਹ ਝੰਡੇ ਦੇ ਮੁੱਦੇ ਤੇ ਪ੍ਰੋਟੈਸਟਾਂ ਦੇ ਵਿੱਚ ਜਾ ਕੇ ਕੀ ਹੁੰਦਾ ਹੈ ਵੀ ਬੱਚਿਆਂ ਨੂੰ ਜਾਂ ਲੋਕਾਂ ਨੂੰ ਜਿਹੜੇ ਆਮ ਹੁੰਦੇ ਉਹ ਕਹਿੰਦੇ ਯਾਰ ਤੁਸੀਂ ਇਹ ਕੀ ਕਰੀ, ਕਿਉਂਕਿ ਮਾਹੌਲ ਪਹਿਲਾਂ ਹੀ ਭਖਿਆ ਸੀਗਾ। ਫਿਰ ਉਹਨਾਂ ਨੂੰ ਮਹਿਸੂਸ ਹੁੰਦਾ, ਉਹਨਾਂ ਨਾਲ ਗੱਲਾਂ ਕਰਦੇ ਆ, ਉਸ ਚੀਜ਼ ਨੂੰ ਇਹ ਦਿੱਤਾ ਜਾਂਦਾ ਹੈ, ਇਹ ਰੰਗ ਦਿੱਤਾ ਜਾਂਦਾ ਵੀ ਇਹ ਲੜਦੇ ਆ। ਮਤਲਬ ਕਿ ਵੀ ਆਪਸ ਵਿੱਚ ਹੀ ਜਿਹੜੀ ਕਮਿਊਨਿਟੀ ਹੈ, ਇੰਡੀਅਨ ਕਮਿਊਨਿਟੀ ਹੈ, ਉਹਦੇ ਹੁਣ ਦੋ ਤਰ੍ਹਾਂ ਬਾਹਰ ਬਣਾ ਦੀਆਂ। ਇੱਕ ਤਾਂ ਰੈੱਡ ਫੋਰਟ ਤੇ ਜਾਣ ਦਾ ਨਾਮ ਤੇ ਬਦਨਾਮੀ ਕੀਤੀ ਗਈ, ਦੂਜੀ ਦੋ ਧਿਰਾਂ ਬਣਾਤੀਆਂ ਵੀ ਨੈਸ਼ਨਲ ਫਲੈਗ ਦਾ ਡਿਸਰਿਸਪੈਕਟ ਹੋਈ ਹੈ ਤੇ ਆਪਾਂ ਉਹਦਾ ਅਦਬ 'ਚ ਆਪਾਂ ਪ੍ਰੋਟੈਸਟ ਕਰਨੀ ਹੈ। ਇੱਕ ਹੁਣ ਉਹਦੇ ਸਤਿਕਾਰ 'ਚ ਉਹ ਡਿਫਰੈਂਟ ਇੱਕ ਉਹ ਚਲਾਦਾ ਕੰਮ, ਜਿਹੜਾ ਕਿ ਹੁਣ ਲੜਾਈ ਦਾ ਘਰ ਬਾਹਰਲੇ ਮੁਲਕਾਂ 'ਚ ਕਈਆਂ ਥਾਂ ਤੇ ਇਸ ਮੁੱਦੇ ਤੇ ਲੋਕਾਂ ਦੀਆਂ ਲੜਾਈਆਂ ਹੋਈਆਂ ਤੇ ਇਸ਼ੂਜ਼ ਹੋਏ ਹੈ ਤੇ ਭੰਨਾ ਤੋੜਾ ਵੀ ਮਾੜੀਆਂ ਮੋਟੀਆਂ। ਕੱਲ ਸਾਨੂੰ ਪਤਾ ਲੱਗਿਆ ਵੀ ਥੋੜੇ ਬਹੁਤ ਉਹਦੇ ਡਿਸਟਰਬੈਂਸਿਸ, ਪਰ ਫਿਊਚਰ 'ਚ ਇਹ ਓਬਵੀਅਸਲੀ ਇਹ ਚੀਜ਼ਾਂ ਵਧਾਉਣੀਆਂ ਹੀ ਚਾਹੁੰਦੇ ਆ। ਪਰ ਇਹਨਾਂ ਮੁਲਕਾਂ 'ਚ ਇਹ ਜਿਹੜੇ ਤਿਰੰਗੇ ਦੀ ਸਪੋਰਟ 'ਚ ਜਿਹੜੇ ਰੈਲੀਆਂ ਕਰ ਰਹੇ ਆ, ਕੋਈ ਬੀਜੇਪੀ ਦੇ ਸਪੋਰਟਰਸ ਹੋਣ, ਕੋਈ ਵੀ ਹੋਣ, ਪਰ ਹੈ ਦੇਖੋ ਆਪਣੇ ਸਾਰੇ ਭਰਾ ਹੈਗੇ, ਬਟ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਤੁਸੀਂ ਅੱਜ ਤਾਂ ਇਹ ਇੱਕ ਪੋਲੀਟੀਕਲ ਮੋਟੀਵੇਸ਼ਨ 'ਚ ਤੇ ਇੱਕ ਪਾਰਟੀ ਨੂੰ ਸਪੋਰਟ ਕਰਨ ਦੇ ਚੱਕਰ 'ਚ ਤੁਸੀਂ ਇਹ ਇੱਕ ਰੈਲੀਆਂ ਆਰਗੇਨਾਈਜ਼ ਕਰ ਰਹੇ ਹੋ ਤੇ ਇੱਕ ਆਪਦੀ ਕਮਿਊਨਿਟੀ ਦੇ ਨਾਲ ਅਲੱਗ ਹੋ ਰਹੇ ਹੋ, ਬਿਲਕੁਲ ਠੀਕ ਹੈ ਜੀ। ਦੂਸਰੀ ਗੱਲ, ਕੋਈ ਉਹਦੇ 'ਚ ਵੀ ਤੁਸੀਂ ਰਿਸਪੈਕਟ ਆਪਦੇ ਕੰਟਰੀ ਦੀ ਕੋਈ ਆਪਾਂ ਫਿਰ ਵੀ ਨਹੀਂ ਅਰਨ ਕਰ ਰਹੇ। ਇੱਕ ਤੁਸੀਂ ਇਹੀ ਸ਼ੋਅ ਕਰ ਰਹੇ ਹੋ ਵੀ ਅਸੀਂ ਆਪਸ ਵਿੱਚ ਹੀ ਲੜ ਕੇ ਆਪਸ ਵਿੱਚ ਇੱਕ ਦੂਜੇ ਨੂੰ ਸਾਂਭ ਰਹੇ ਹਾਂ। ਪਾੜੋ ਤੇ ਰਾਜ ਕਰੋ, ਉਹ ਤਾਂ ਉਹ ਜ਼ਮਾਨੇ 'ਚ ਆਪਾਂ ਕਹਿੰਦੇ ਹੁੰਦੇ ਸੀ ਅੰਗਰੇਜ਼ਾਂ ਨੇ ਕਰਤਾ। ਅੱਜ ਅਸੀਂ ਆਪਦੇ ਆਪ ਹੀ ਪਾੜ ਕੇ ਪੜ੍ਹੇ ਲਿਖੇ ਲੋਕਾਂ ਨੂੰ ਨਸੀਹਤਾਂ ਦਿੰਦੇ ਆਪਾਂ। ਕੋਈ ਵੀਡੀਓ ਬਣਾ ਕੇ ਪਾਉਂਦਾ, ਕੋਈ ਸਾਰਾ ਦਿਨ ਫੇਸਬੁੱਕ ਤੇ ਲੱਗਿਆ ਰਹਿੰਦਾ, ਕੋਈ ਮੈਸੇਜ ਕਰੀ ਜਾਂਦਾ, ਕੋਈ ਲੋਕਾਂ ਨਾਲ ਗਾਲੋ ਗਾਲੀ ਹੋਈ ਜਾਂਦਾ, ਉੱਥੇ ਤਾਂ ਨਸੀਹਤਾਂ ਦੇਈ ਜਾਂਦੇ ਵੀ ਅਸੀਂ ਲੜਨਾ ਨਹੀਂ ਆਪਸ ਵਿੱਚ, ਅਸੀਂ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਵੀ ਸ਼ੁੱਡ ਗੈਟ ਟੂਗੇਦਰ ਐਜ਼ ਇੰਡੀਅਨਸ। ਪਰ ਹੁਣ ਤੁਸੀਂ ਕੀ ਕਰੀ ਜਾਂਦੇ ਹੋ ਬਈ? ਕੀ ਕਰ ਰਹੇ ਹੋ ਤੁਸੀਂ? ਆਹ ਰੈਲੀ ਕਰਕੇ ਉਹਨਾਂ ਨਾਲ ਲੜੋਗੇ, ਉਹਨਾਂ ਨਾਲ ਅੱਗੇ ਜਾ ਕੇ ਹੁਣ ਫਿਰ ਤੁਹਾਡੀ ਬੜੀ ਇੱਜ਼ਤ ਬਣ ਜੂਗੀ। ਨੋ, ਦਿਸ ਇਜ਼ ਰੋਂਗ। ਇਹ ਨਹੀਂ ਕਰਨਾ ਚਾਹੀਦਾ। ਇਹਨਾਂ ਮੁਲਕਾਂ 'ਚ ਆਪਾਂ ਹਿੰਦੁਸਤਾਨ ਦਾ, ਇੰਡੀਆ ਦਾ, ਭਾਰਤ ਦਾ, ਆਪਣੇ ਦਾ ਇਹ ਸਤਿਕਾਰ ਰੱਖਣਾ ਤੇ ਇਹਨੂੰ ਇਹ ਪੀਸ ਮੇਨਟੇਨ ਹੋਣਾ ਚਾਹੀਦਾ। ਇਹਦੀ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਜਿੱਥੇ ਵੀ ਸਾਰੇ ਕੰਟਰੀਆਂ ਜਿਹੜੇ ਹੈਗੇ, ਚਾਹੇ US ਹੈ, ਚਾਹੇ ਕੈਨੇਡਾ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਜਿੱਥੇ ਵੀ ਹੈਗੇ ਆ, ਉਹਨਾਂ ਨੂੰ ਇਹ ਚੀਜ਼ ਸੌਰਟ ਕਰਨੀ ਚਾਹੀਦੀ ਹੈ। ਦੇ ਸ਼ੁੱਡ ਟੇਕ ਇਟ ਵੈਰੀ ਸੀਰੀਅਸਲੀ। ਇਹ ਕੰਮ ਉਹਨਾਂ ਦੇ ਕਰਨ ਵਾਲਾ ਹੈ ਜੇ ਉਹਨਾਂ ਨੇ ਆਪਦੀਆਂ ਲੀਡਰਸ਼ਿਪਸ ਆਪਦੀਆਂ ਚਮਕਾਉਣੀਆਂ ਅੱਗੇ ਜਾ ਕੇ ਫਿਊਚਰ 'ਚ। ਦੇ ਸ਼ੁੱਡ ਵਰਕ ਫॉर द ਪੀਸ ਆਫ ਦ ਕਮਿਊਨਿਟੀ। ਤੇ ਨਹੀਂ ਫਿਰ ਇਹਦੇ 'ਚ ਅੱਗੇ ਜੇ ਇਹਦੇ 'ਚ ਕੋਈ ਜ਼ਿਆਦਾ ਗੜਬੜਾਂ ਹੋਈਆਂ, ਲੋਕਲ ਗਵਰਨਮੈਂਟਾਂ ਇੰਟਰਵੈਂਸ਼ਨ ਕਰਨਗੀਆਂ, ਉਹ ਕਿਸੇ ਤੇ ਉਹਨਾਂ ਦੇ ਕੇਸ ਦਰਜ ਹੋਣਗੇ, ਕਿਸੇ ਉਹਨਾਂ ਦੇ ਕੇਸ ਦਰਜ ਹੋਣਗੇ। ਡਰਾਮੇਬਾਜ਼ੀ ਤੁਹਾਨੂੰ ਪਤਾ ਵੀ ਅਖੀਰ ਕਿਸੇ ਨੇ ਬਾਹਰਲੇ ਮੁਲਕਾਂ 'ਚ ਸਪੋਰਟ ਨਹੀਂ ਕਰਨੀ। ਪਹਿਲੀ ਗੱਲ ਤਾਂ ਹੁਣ ਤੁਹਾਨੂੰ ਸਿਚੁਏਸ਼ਨ ਦੱਸਤੀ ਵੀ ਇਸ ਗੱਲ ਦਾ ਬਾਹਰਲੇ ਮੁਲਕਾਂ 'ਚ ਕੀ ਅਸਰ ਪਿਆ। ਦੂਸਰੀ ਗੱਲ ਇਹੀ ਹੈ, ਬੇਨਤੀ ਵੀ ਦੋਸਤੋ ਬਹੁਤ ਜ਼ਿਆਦਾ ਸਮਝਦਾਰੀ ਨਾਲ ਆਪਾਂ ਪਹਿਲਾਂ ਹੀ ਬਹੁਤ ਚੱਲੀ ਜਾਂਦੇ ਆ, ਕੋਈ ਹਰਜ ਨਹੀਂ, ਪਰ ਸ਼ਰਾਰਤ ਨਾ ਕਿਸੇ ਤਰ੍ਹਾਂ ਦੀ ਹੋਵੇ। ਆਪਦੇ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ। ਤੇ ਇਹ ਗੱਲ ਮੈਨੂੰ ਇਹ ਲੱਗਦਾ ਵੀ ਮੈਂ ਕੋਸ਼ਿਸ਼ ਕਰਦਾ ਕਿ ਜਿਹੜੇ ਆਪਣੇ ਕਿਸਾਨ ਲੀਡਰ ਹੈਗੇ ਉਹਨਾਂ ਨਾਲ ਵੀ ਕੀਤੀ ਜਾਵੇ। ਉਹਨਾਂ ਨੂੰ ਵੀ ਕਹੀਏ ਵੀ ਦੇਖੋ ਜੀ ਦੇਸ਼ ਦੇ ਅੱਜ ਕੀ ਹਾਲਾਤ ਆਪਣੇ ਹੋਏ ਪਏ ਹੈ, ਇਹਨੂੰ ਥੋੜੀ ਬਿਗਰ ਪਿਕਚਰ ਜੇ ਦੇਖੀ ਜਾਵੇ। ਹਿੰਦੁਸਤਾਨ ਦਾ ਕਿੰਨਾ ਲੱਖਾਂ ਦੀ ਤਾਦਾਦ 'ਚ ਜ਼ਿਮੀਂਦਾਰ ਆਪਣੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਤੇ ਉਧਰੋਂ ਚਾਈਨਾ ਆਪਣੇ ਇੰਡੀਆ ਦੇ ਬਾਰਡਰਾਂ ਤੋਂ ਅੱਗੇ ਇਨਫਿਲਟਰੇਟ ਹੋਈ ਜਾ ਰਿਹਾ। ਉੱਥੇ ਕੋਈ ਸਰਕਾਰ ਦਾ ਕੋਈ ਸਟੈਪ ਨਹੀਂ ਤੇ ਇੱਥੇ ਲੋਕਾਂ ਨੂੰ ਪਤਾ ਨਹੀਂ ਤਾਂ ਇਹ ਟਾਈਮ ਪਾਸ ਹੈ ਜਾਂ ਪਤਾ ਨਹੀਂ ਕੀ ਹੈ ਕੀ ਨਹੀਂ ਹੈ। ਇਹ ਸਿਚੁਏਸ਼ਨ ਕਦੀ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈਗੀ ਵੀ ਆਪਾਂ ਨੂੰ ਇੱਕ ਮੁੱਦਾ ਬਣਾ ਕੇ, ਜਿਹੜਾ ਕਿ ਮੁੱਦਾ ਹੈ ਹੀ ਨਹੀਂ ਸੀ, ਬਿਨਾਂ ਗੱਲ ਤੋਂ ਹੀ 3 ਲਾਅ ਪਾਸ ਕਰਤੇ, ਆਹ ਕਰਤਾ ਉਹ ਕਰਤਾ, ਬਣਾ ਕੇ ਤੇ ਲੋਕਾਂ ਨੂੰ ਇਕੱਠੇ ਕਰਕੇ ਉੱਥੇ ਬਿਠਾ ਲਿਆ। ਉਧਰੋਂ ਚਾਈਨਾ ਚੜਿਆ ਪਿਆ
ਤੇ ਇਧਰੋਂ ਜਿਹੜੇ ਆਪਣੇ ਇੰਡੀਆ ਦੇ ਵਪਾਰੀ ਹੈ, ਦੇਖੋ ਫਾਇਦਾ ਕੋਈ ਉਹਨਾਂ ਦਾ ਵੀ ਖਾਸ ਨਹੀਂ ਹੈ ਇਸ ਵਕਤ। ਇਹ ਹੁਣ ਜਿਹੜਾ ਸਮਝਣ ਵਾਲੀ ਗੱਲ ਆ ਉਹ ਇੱਥੇ ਆ ਜਾਂਦੀ ਹੈ। ਰਾਦਰ ਕੇ ਆਪਸ ਵਿੱਚ ਲੜੀਏ, ਆਪਾਂ ਇਹ ਦੇਖੀਏ ਵੀ ਆਪਣੇ ਮੁਲਕ ਤੇ ਅੱਜ ਕਿਹੋ ਜਿਹੇ ਬੱਦਲ ਬਣ ਚੁੱਕੇ ਆ। ਸੋ ਵੀ ਨੀਡ ਟੂ ਕਨਸੈਂਟਰੇਟ ਔਨ ਦਿਸ ਥਿੰਗ ਬਈ ਵਾਟ ਆਰ ਕੰਟਰੀ ਇਜ਼ ਗੋਇੰਗ ਥਰੂ। ਆਈ ਵਾਸ ਟਾਕਿੰਗ ਟੂ ਅ ਫਰੈਂਡ, ਉਹਦੇ ਨਾਲ ਗੱਲ ਹੁੰਦੀ ਸੀ ਮਿੱਤਰ ਨਾਲ ਕਿਸੇ ਨਾਲ। ਮੈਂ ਕਿਹਾ ਯਾਰ ਇਹ ਆਪਾਂ ਜ਼ਿਮੀਦਾਰ ਭਾਈਚਾਰਾ ਸਾਰਾ ਕਿਸਾਨ ਉੱਥੇ ਬੈਠੇ ਹੈ, ਚਾਈਨਾ ਬਾਰਡਰ ਤੇ ਬੈਠਾ ਤੇ ਸਰਕਾਰ ਦੇ ਕੋਈ ਰਿਐਕਸ਼ਨ ਦੇਖ ਲਓ। ਇਹ ਅੰਦੋਲਨ ਜੀਵੀ ਹੈ ਜੀ, ਇਹ ਫਲਾਣੇ ਹੈ, ਇਹ ਧਮਕੇ ਹੈ ਤੇ ਨਿੱਕੇ ਨਿੱਕੇ ਬਹਾਨੇ ਜੇ ਬਣਾ ਕੇ ਚਾਲਾਂ ਜੀਆਂ ਕਰ ਕਰਕੇ ਇਹਨਾਂ ਨੂੰ ਚੀਜ਼ਾਂ ਨੂੰ ਟਾਈਮ ਪਾਸ। ਇਹ ਟਾਈਮ ਪਾਸ ਕਰਨ ਦਾ ਕਾਰਨ ਕੀ ਹੈ? ਤੇ ਜਿਹੜੇ ਬਿਗ ਕਾਰਪੋਰੇਟ ਹੈਗੇ ਉਹ ਇਹਨੂੰ ਹੜੱਪਣ ਨੂੰ ਤਿਆਰ ਬੈਠੇ ਹੈ ਕਿ ਕੀ ਇਹ ਜਿਹੜੇ ਕਾਰਪੋਰੇਟ ਹੈਗੇ ਇਹ ਇਹਨਾਂ ਦੀ ਕੀ ਜਿਹੜੀ ਇਹਨਾਂ ਦੇ ਪਿੱਠ ਪਿੱਛੇ ਕੀ ਚਾਈਨਾ ਕੰਮ ਕਰ ਰਿਹਾ ਕਿ ਕੌਣ ਕੰਮ ਕਰ ਰਿਹਾ? ਕਿਉਂ ਇਹ ਚਾਈਨਾ ਨੂੰ ਫਿਰ ਅਟੈਕ ਕਰਨ ਦੀ ਕੀ ਲੋੜ ਹੈ ਜੇ ਤੁਹਾਡੇ ਮੁਲਕ ਦਾ ਹਾਲਾਤ ਹੀ ਆ ਬਣਾਤੇ? ਉਹਨਾਂ ਨੂੰ ਕੀ ਲੜਨ ਦੀ ਲੋੜ ਹੈ? ਇਹਨਾਂ ਨੂੰ ਹਾਲਾਤਾਂ ਨੂੰ ਸਰਕਾਰ ਨੂੰ ਕਿਸਾਨ ਆਗੂਆਂ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਇਹਨਾਂ ਦੇ ਡੂੰਘੇ ਵਿਚਾਰ ਕਰਕੇ ਇਸ ਚੀਜ਼ ਨੂੰ ਨਿਬੇੜਨਾ ਚਾਹੀਦਾ ਤੇ ਸਰਕਾਰ ਨੂੰ ਆਪਦਾ ਫਰਜ਼ ਜੋ ਕਿ ਆਪਦੇ ਮੁਲਕ ਦੀ ਸਿਕਿਉਰਿਟੀ ਤੇ ਸੇਫਟੀ ਹੈ ਤੇ ਆਪਦੇ ਲੋਕਾਂ ਦੀ ਖੁਸ਼ੀ ਹੈ ਉਹ ਮੇਨਟੇਨ ਕਰਨੀ ਚਾਹੀਦੀ ਹੈ। ਬਾਕੀ ਜੋ ਹੈ ਸਾਰੇ ਜਿਹੜੇ ਇੰਡੀਆ ਦੇ ਭਾਰਤ ਦੇ ਲੋਕ ਹੈ ਉਹਨਾਂ ਨੂੰ ਇਕੱਠੇ ਹੋ ਕੇ ਚਾਈਨਾ ਦਾ ਜੋ ਵੀ ਮੁੱਦਾ ਹੈ ਉਹ ਥਰੂ ਡਾਇਲੌਗ ਜਾਂ ਯੂਨਾਈਟਿਡ ਨੇਸ਼ਨਸ ਦਾ ਜੇ ਕੋਈ ਚੱਲ ਰਿਹਾ ਕੋਈ ਸੀਨ ਤਾਂ ਉਹਦੇ ਥਰੂ ਇਹ ਕਰਨਾ ਚਾਹੀਦਾ। ਨਹੀਂ ਅਦਰਵਾਈਜ਼ ਤੁਸੀਂ ਦੇਖ ਲਓ ਪਹਿਲਾਂ ਅਮਰੀਕਾ ਬੋਲਦਾ ਹੁੰਦਾ ਸੀ ਇੰਟਰਨੈਸ਼ਨਲ ਪੋਲਿਟਿਕਸ 'ਚ ਜੋ ਹਾਲਾਤ ਅੱਜ ਦੀ ਹੋਏ ਪਏ ਹੈ, ਅਮਰੀਕਾ ਨੂੰ ਕੀ ਹਾਲਾਤ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਫਿਰ ਇੰਗਲੈਂਡ ਜਿਹੜੇ ਯੂਰਪੀਅਨ ਕੰਟਰੀਜ਼ ਆ ਉਹਨਾਂ ਦਾ ਲੀਡਰ ਤਕਰੀਬਨ ਸੀਨੀਅਰ ਕੰਟਰੀ ਸੀਗਾ UK ਸੀਗਾ, ਹੁਣ ਉਹਦੀ ਵੀ ਕੀ ਹਾਲਤ ਹੋ ਚੁੱਕੀ ਹੈ। ਤੇ ਇਹ ਬੜਾ ਹੀ ਇੱਕ ਗਲਤ ਜੇ ਮੋੜ ਤੇ ਆਪਾਂ ਪਹੁੰਚ ਚੁੱਕੇ ਹਾਂ। ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਤੇ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਡੀਪਲੀ ਇਹਦੇ ਬਾਰੇ ਵਿਚਾਰ ਕਰਕੇ ਇਹਦਾ ਹੱਲ ਕਰਨਾ ਚਾਹੀਦਾ ਰਾਦਰ ਕਿ ਆਪਦੀਆਂ ਕੁਰਸੀਆਂ ਸਿਕਿਉਰ ਕਰਨ ਦੇ ਤੇ ਇਹ ਧਰਨੇ ਖਿਲਾਰਨ ਦੇ ਤੇ ਲੋਕਾਂ ਨੂੰ ਕੁੱਟਣਾ ਮਾਰਨਾ ਜਾਂ ਆਪਦੇ ਕੋਈ ਡਰਾਮੇ ਕਰਨ ਦੇ ਇਹਦਾ ਕੋਈ ਟਾਈਮ ਨਹੀਂ। ਲੋਕਾਂ ਨੂੰ ਬਹੁਤ ਸਮਝ ਆ ਚੁੱਕੀ ਹੈ ਤੇ ਉਹ ਇੱਥੇ ਵੀ ਪਹੁੰਚ ਚੁੱਕੇ, ਇੱਥੋਂ ਤੱਕ ਵੀ ਹਰੇਕ ਨੂੰ ਪਤਾ ਵੀ ਕੀ ਹੋਈ ਜਾਂਦਾ ਹੁਣ। ਸੋ ਇਹਨੂੰ ਹੈਂਡਲ ਕਰੋ ਪਲੀਜ਼। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।